दिया कपासन लोक सूत जत गंडी सत वट। वाहिगुरु वाहिगुरु वाहिगुरु। ਸਭ ਤੇ ਵੱਡਾ ਸਤਿਗੁਰ ਨਾਨਕ ਪ੍ਰਸੰਗ ਅੱਜ ਫਿਰ ਸ਼ੁਰੂ ਕਰੀਏ। ਗੱਲ ਚੱਲ ਰਹੀ ਹੈ ਫਿਲਾਸਫੀ ਦੀ। ਵਿਸ਼ਾ ਥੋੜਾ ਔਖਾ ਤੇ ਡੂੰਘੇਰਾ ਹੈ, ਇਸ ਕਰਕੇ ਭਾਰੀ ਇਕਾਗਰਤਾ ਦੀ ਲੋੜ ਹੈ। ਆਓ ਸ਼ੁਰੂ ਕਰੀਏ। ਇਸੇ ਤਰ੍ਹਾਂ ਅਸੀਂ ਹਰ ਸ਼ੈ ਵਿੱਚ ਕਾਰਨ ਤੇ ਕਾਰਜ ਦਾ ਸਿਲਸਿਲਾ ਜਾਣਦੇ ਹਾਂ। ਇੱਕ ਕਾਰਨ ਦਾ ਖਿਆਲ ਸਾਡੇ ਮਨ ਦੀ ਸ੍ਰਿਸ਼ਟ ਵਿੱਚ ਹੈ। ਗੁਰੂ ਜੀ ਨੇ ਤੀਸਰਾ ਸਾਧਨ ਰਜਾ ਦੱਸਿਆ ਹੈ, ਜੋ ਅਭਿਆਸੀ ਹਰ ਕਾਰਜ ਤੇ ਹਰ ਹੋਣੀ ਦੇ ਕਾਰਨ ਦੇ ਅਖੀਰ ਪਰ ਜਾਂਦਾ ਹੈ ਤੇ ਉਸ ਨੂੰ ਅਨੰਤ ਦੀ ਲੀਲਾ ਸਮਝਦਾ ਹੈ। ਐਉਂ ਅਨੰਤ ਦੀ ਰਜਾ ਦੇ ਇੱਕ ਨੁਕਤੇ ਤੇ ਟਿਕਾਓ ਪਕੜਦਾ ਹੈ। ਨਾਲ ਜਿਹੜਾ ਨਾਮ ਤੇ ਧਿਆਨ ਦਾ ਅਭਿਆਸ ਕਰ ਰਿਹਾ ਹੈ, ਉਸ ਨੂੰ ਜੋ ਕੁਝ ਵਰਤੇ ਧੁਰੋਂ ਦਿਸਦਾ ਹੈ। ਐਉਂ ਉਹ ਟੇਕਦਾ ਹਰ ਗੱਲ ਦੇ ਵਾਕਿਆ ਹੋਣ ਤੇ ਰਜਾ ਦੇ ਇੱਕ ਨੁਕਤੇ ਤੇ ਟਿਕ ਜਾਏਗਾ। ਇਹ ਰਜਾ ਦਾ ਇੱਕ ਨੁਕਤਾ ਹੋਵੇਗਾ ਆਪਣੇ ਆਪ ਵਿੱਚ ਨਿਮਿਤ ਪਰ ਨਾ ਵਰਗਾ। ਹੁਣ ਜੋ ਅਭਿਆਸੀ ਸੁਤੇ ਸਿੱਧ ਨਾਮ ਧਿਆਨ ਤੇ ਰਜਾ ਨਾਲ ਦੇਸ਼ ਕਾਲ ਨਿਮਿਤ ਵੱਲੋਂ ਇੱਕ ਨੁਕਤੇ ਤੇ ਟਿਕਿਆ ਹੈ, ਉਹ ਦੇਸ਼ ਕਾਲ ਨਿਮਿਤ ਦੇ ਮਾਨੋ ਮੰਡਲ ਦੇ ਹੱਦ ਬੰਨੇ ਤੇ ਅਪੜ ਗਿਆ ਹੈ। ਜਿਸ ਤੋਂ ਅੱਗੇ ਉਹ ਹੈ ਜੋ ਦਵੰਦ ਅਤੀਤ ਹੈ, ਜਾਂ ਜਿਸ ਨੂੰ ਪਰਮ ਪਰੇ ਦੀ ਦਸ਼ਾ ਆਖੋ ਜਾਂ ਪਾਰ ਬ੍ਰਹਮ ਐਬਸੋਲਿਊਟ ਆਖੋ। ਇੱਥੋਂ ਅੱਗੇ ਹੁਣ ਸਾਨੂੰ ਪਾਰ ਬ੍ਰਹਮ ਦੇ ਕਿਸੇ ਕ੍ਰਿਸ਼ਮੇ ਨੇ ਲਿਜਾਣਾ ਹੈ। ਅਸੀਂ ਐਸੇ ਟਿਕਾਣੇ ਅਪੜੇ ਹਾਂ ਜੋ ਸਾਡੇ ਮੰਡਲ ਦੀ ਸਰਹੱਦ ਹੈ। ਹੁਣ ਇੱਕ ਕਦਮ ਤੇ ਅਸੀਂ ਅਨੰਤ ਵਾਹਿਗੁਰੂ ਵਿੱਚ ਅਪੜਨਾ ਹੈ। ਪਰ ਹੁਣ ਬੇਅੰਤ ਵਿੱਚੋਂ ਕੁਝ ਅਕਹਿ ਮਾਜਰਾ ਵਰਤਦਾ ਹੈ। ਇਸ ਅਕਹਿ ਮਾਜਰੇ ਨੂੰ ਗੁਰੂ ਨਾਨਕ ਨੇ ਨਦਰ ਆਖਿਆ ਹੈ। ਦ੍ਰਿਸ਼ਟਾਂਤ ਲਈ ਜਦੋਂ ਪਾਣੀ ਉਬਾਲੋ ਤਾਂ ਇਹ 212 ਦਰਜੇ ਹੁੰਦਾ ਹੈ, ਪਰ ਅਜੇ ਇਹ ਪਾਣੀ ਦਰਵ ਭਾਵ ਫਲੂਇਡ ਹੀ ਹੈ। ਅਰੂਪ ਵਾਯੂ ਵਰਗੇ ਰੂਪ ਭਾਫ ਵਿੱਚ ਪਲਟਾ ਨਹੀਂ ਖਾ ਗਿਆ, ਅਰਥਾਤ ਗੈਸ ਵਾਂਗੂ ਨਹੀਂ ਬਣਿਆ। ਉਹ ਕੌਣ ਤਾਕਤ ਆਵੇ ਕਿ ਇਸ ਨੂੰ ਭਾਫ ਬਣਾਵੇ? ਉਸ ਦਾ ਨਾਂ ਸਿਆਣਿਆਂ ਗੁਪਤ ਗਰਮੀ ਲੇਟੈਂਟ ਹੀਟ ਰੱਖਿਆ ਹੈ, ਕਿਉਂਕਿ ਜਦ ਭਾਫ ਦਾ ਪਾਰਾ ਲੀਤਾ ਜਾਵੇ ਤਾਂ 212 ਹੀ ਹੁੰਦਾ ਹੈ। ਕੋਈ ਵਧੀਕ ਗਰਮੀ ਨਹੀਂ ਹੁੰਦੀ, ਪਰ ਕੋਈ ਕਾਰਨ ਹੈ ਜੋ ਦਰਵ ਪਾਣੀ ਨੂੰ ਵਾਯੂ ਰੂਪ ਭਾਫ ਵਿੱਚ ਪਲਟ ਦਿੰਦਾ ਹੈ। ਇਸੇ ਤਰ੍ਹਾਂ ਅਤ ਠੰਡਾ ਪਾਣੀ 32 ਦਰਜੇ ਹੁੰਦਾ ਹੈ, ਪਰ ਇਸੇ ਦਰਜੇ ਤੇ ਉਹ ਬਰਫ਼ ਬਣ ਜਾਂਦਾ ਹੈ। ਪਾਣੀ ਦਰਵ ਹੈ, ਬਰਫ਼ ਨਿੱਗਰ ਹੈ। ਨਿੱਘ ਦਾ ਦਰਜਾ ਇੱਕੋ ਹੈ। ਜਿਸ ਕੋਤਕ ਨੇ 32 ਦਰਜੇ ਪਾਣੀ ਨੂੰ ਨਿੱਗਰ ਬਰਫ਼ ਬਣਾਇਆ ਹੈ, ਉਸ ਨੂੰ ਵੀ ਲੇਟੈਂਟ ਹੀਟ ਹੀ ਆਖਦੇ ਹਨ। ਇਹ ਦਲੀਲ ਨਹੀਂ ਹੈ, ਇੱਕ ਦ੍ਰਿਸ਼ਟਾਂਤ ਹੈ। ਕੁਝ ਇਸੇ ਤਰ੍ਹਾਂ ਦੇਸ਼ ਕਾਲ ਨਿਮਿਤ ਦੇ ਮੰਡਲ ਦੀ ਸਰਹੱਦ ਤੋਂ ਅਨੰਤ ਵਿੱਚ ਜੋ ਪਲਟਾ ਮਿਲਦਾ ਹੈ, ਉਹ ਕਿਸੇ ਅਨੰਤ ਦੇ ਕ੍ਰਿਸ਼ਮੇ ਉੱਤੇ ਨਿਰਭਰ ਰੱਖਦਾ ਹੈ, ਪਰ ਉਸ ਦਾ ਨਾਮ ਅਨੰਤ ਦੀ ਨਦਰ ਹੈ। ਗੋਇਆ ਦੇਸ਼ ਕਾਲ ਨਿਮਿਤ ਤੇ ਨਾਮ ਧਿਆਨ ਰਜਾ ਨਾਲ ਇਸ ਅੰਤ ਤੇ ਹੱਦ ਵਾਲੀ ਸ੍ਰਿਸ਼ਟੀ ਦੀ ਅਸੀਂ ਸਰਹੱਦ ਉੱਤੇ ਅਪੜਦੇ ਹਾਂ ਤੇ ਅੱਗੋਂ ਅਨੰਤ ਦੀ ਅਕਹਿ ਨਜ਼ਰ ਸਾਨੂੰ ਅਨੰਤ ਵਿੱਚ ਲੈ ਜਾ ਕੇ ਅਕਾਲ ਜੀਵਨ, ਆਦੇਸ਼ ਜੀਵਨ, ਅਵਚਲੀ ਜੀਵਨ ਵਿੱਚ
ਪਹੁੰਚਾ ਕੇ ਪੰਚਮ ਪਾਤਸ਼ਾਹ ਦੇ ਵਾਕ ਮੁਜਬ ਥਿਤ ਪਾਈ ਚੂਕੇ ਭ੍ਰਮ ਗਵਣ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਆਵਣ ਜਾਣ ਰਹੇ ਚੂਕਾ ਭੋਲਾ ਰਾਮ। ਤੁਖਾਰੀ ਮਹੱਲਾ ਪਹਿਲਾ। ਸੋ ਆਦੇਸ਼ ਜੀਵਨ ਆਵਚਲੀ ਜੀਵਨ ਵਿੱਚ ਪਹੁੰਚਾ ਕੇ ਵਿੱਚ ਵਾਸਾ ਦਿੰਦੀ ਹੈ। ਫਿਲਾਸਫੀ ਦੇ ਨੁਕਤਾ ਖਿਆਲ ਤੋਂ ਸਭ ਤੋਂ ਉੱਚੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਮਲੀ ਦੇਣ ਵਿੱਚ ਸਾਨੂੰ ਉਹ ਸਾਧਨ ਸਿਖਾਏ ਹਨ, ਜਿਨ੍ਹਾਂ ਨਾਲ ਅੱਜ ਕੱਲ੍ਹ ਦੀ ਫਿਲਾਸਫੀ ਦੀ ਖੋਜ ਤੋਂ ਲੱਭੇ ਟਿਕਾਣੇ 'ਤੇ ਪਹੁੰਚ ਹੋ ਜਾਂਦੀ ਹੈ। ਇਹ ਟਿਕਾਣਾ ਵਾਹਿਗੁਰੂ ਹੈ। ਫਿਲਾਸਫਰਾਂ ਜਾਣਿਆ ਕਿ ਇਉਂ ਹੈ। ਗੁਰੂ ਨਾਨਕ ਬਾਂਹ ਫੜੀ, ਰਹਿਨੁਮਾਈ ਕੀਤੀ ਤੇ ਉੱਥੇ ਪਹੁੰਚਾ ਹੀ ਦਿੱਤਾ ਤੇ ਆਖਿਆ, ਬੱਚਿਓ ਆ ਹੈ ਤੇ ਇੱਥੇ ਹੈ ਤੇ ਹੁਣ ਹੈ। ਹੁਣ ਅਗਲਾ ਪ੍ਰਸੰਗ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਰਗਸਨ। ਪੱਛਮ ਦੇ ਫਿਲਾਸਫਰਾਂ ਵਿੱਚੋਂ ਅੱਜ ਕੱਲ੍ਹ ਬਰਗਸਨ ਨਾਮ ਦਾ ਫਿਲਾਸਫਰ ਫਰਾਂਸ ਵਿੱਚ ਹੈ, ਜਿਸ ਦੇ ਖਿਆਲ ਦਾ ਪ੍ਰਵਾਜ ਬਹੁਤ ਉੱਪਰ ਵੱਲ ਉੱਡਿਆ ਹੈ, ਜਿਨ੍ਹਾਂ ਦੀਆਂ ਅੱਖਾਂ ਨਿਆਇਕ ਜੰਜੀਰ ਦੀ ਜਗੜ ਦੇ ਹੁੰਦਿਆਂ ਵੀ ਯੋਗ ਨਿਦਰਾ ਵੱਲ ਪਲਕਾ ਗਈਆਂ ਹਨ। ਹਾਂ ਜੀ, ਫਿਲਸਫੇ ਦੀ ਤਵਾਰੀਖ ਵਿੱਚ ਇਹ ਪਹਿਲੀ ਵੇਰ ਹੈ ਕਿ ਇੱਕ ਵਿਚਾਰਵਾਨ ਪੁਰਸ਼ ਨੇ ਮੰਤਕ ਤੇ ਵਿਚਾਰ ਦੀ ਓਟ ਨੂੰ ਕਮਜ਼ੋਰ ਸਮਝਿਆ ਹੈ। ਬਰਗਸਨ ਦਾ ਖਿਆਲ ਕਾਂਟ ਦੇ ਇਸ ਸਿਧਾਂਤ ਨਾਲ ਮਿਲਦਾ ਹੈ ਕਿ ਆਪਣੀ ਬੁੱਧੀ ਦੁਆਰਾ ਪੁਰਸ਼ ਅਸਲੀਅਤ ਨੂੰ, ਭਾਵ ਰੱਬ ਨੂੰ ਨਹੀਂ ਦੇਖ ਸਕਦਾ। ਕਾਂਟ ਨੇ ਇਸ ਕਰਕੇ ਰੱਬ ਨੂੰ ਬੁੱਧ ਦਾ ਵਿਸ਼ਾ ਨਹੀਂ ਮੰਨਿਆ। ਉਹ ਆਪਣੇ ਇਸ ਮੰਤਕ ਦੀ ਸ੍ਰਿਸ਼ਟ ਵਿੱਚ ਤਕਰੀਬਨ ਇਸ ਟਿਕਾਣੇ 'ਤੇ ਪਹੁੰਚ ਗਏ ਸਨ ਕਿ ਰੱਬ ਫਿਲਸਫੇ ਦੀ ਖੋਜ ਤੋਂ ਉੱਪਰ ਹੈ। ਬਰਗਸਨ ਦਾ ਖਿਆਲ ਹੈ ਕਿ ਸਾਡੇ ਅੰਦਰ ਖੋਜ ਦਾ ਦੋਹਰਾ ਸਮਾਨ ਹੈ। ਇੱਕ ਬੁੱਧ ਭਾਵ ਇੰਟੈਲੈਕਟ ਦੁਆਰਾ, ਦੂਜੇ ਇੰਟਿਊਸ਼ਨ ਦੁਆਰਾ। ਇਹਨਾਂ ਦੋਹਾਂ ਦੇ ਮਿਲਵਰਤਨ ਬਗੈਰ ਅਸਲੀਅਤ ਪੱਲੇ ਪੈ ਨਹੀਂ ਸਕਦੀ, ਕਿਉਂਕਿ ਅਸਲੀਅਤ ਦੇ ਵੀ ਦੋ ਪਹਿਲੂ ਹਨ। ਇੱਕ ਪਦਾਰਥ ਭਾਵ ਮੈਟਰ, ਦੂਸਰਾ ਜ਼ਿੰਦਗੀ ਭਾਵ ਲਾਈਫ। ਸਾਇੰਸ ਦੇ ਸਾਰੇ ਸਿਧਾਂਤ ਬੁੱਧੀ ਦੀ ਖੋਜ ਦਾ ਨਤੀਜਾ ਹਨ। ਬੁੱਧ ਜੋ ਹਰ ਇੱਕ ਪਦਾਰਥ ਤੇ ਮੰਤਕ ਦੀ ਰੋਸ਼ਨੀ ਪਾ ਕੇ ਤੇ ਵਿਚਾਰ ਦੀ ਕਸਵੱਟੀ ਤੇ ਰਗੜ ਕੇ ਸਿਧਾਂਤ ਕੱਢਦੀ ਹੈ, ਉਸ ਦੇ ਸਿਧਾਂਤ ਕੇਵਲ ਪਦਾਰਥੀ ਸਿਧਾਂਤ ਹਨ। ਬੁੱਧ ਦੇ ਨਸ਼ਵਰ ਹੇਠ ਕੇਵਲ ਮਾਸ ਤੇ ਹੱਡੀਆਂ ਦੀ ਵਿਦਿਆ ਉਪਜਦੀ ਹੈ, ਜ਼ਿੰਦਗੀ ਦੀ ਨਹੀਂ। ਜ਼ਿੰਦਗੀ ਦੀ ਚਾਲ ਦੀ ਰਮਜ ਇਸ ਦੀ ਸਮਝ ਤੋਂ ਉਚੇਰੀ ਹੈ। ਬੁੱਧ ਅਨਾੜੀ ਹੈ ਤੇ ਜ਼ਿੰਦਗੀ ਦੀ ਨਾੜ ਉੱਪਰ ਇਸ ਦੀ ਉਂਗਲ ਆ ਨਹੀਂ ਸਕਦੀ। ਜ਼ਿੰਦਗੀ ਦਾ ਪ੍ਰਵਾਜ ਇੱਕ ਸ਼ੈ ਹੀ ਦੂਜੀ ਹੈ। ਬੁੱਧੀ ਲਈ ਇਹ ਗੈਰ ਚੀਜ਼ ਹੈ, ਕਿਉਂਕਿ ਬੁੱਧੀ ਬਣੀ ਪਦਾਰਥ ਭਾਵ ਮੈਟਰ ਦੀ ਹੈ ਤੇ ਇਸ ਦਾ ਵਿਸ਼ਾ ਮੈਟਰ ਪ੍ਰਕਿਰਤੀ ਹੈ। ਜੋ ਚੀਜ਼ ਇਸ ਦੀ ਗ੍ਰਿਫਤ ਵਿੱਚ ਆ ਜਾਏ ਉਹ ਮੈਟਰ ਹੈ, ਕਿਉਂਕਿ ਉਸ ਨੂੰ ਸਾਬਤ ਚੀਜ਼ ਦਾ ਗਿਆਨ ਨਹੀਂ ਹੋ ਸਕਦਾ। ਸੋ ਇਸ ਨੇ ਵੱਢ ਕੇ ਕੱਟ ਕੇ ਇੱਕ ਕਾਟ ਦੀ ਮੁਤਾਲਿਆ ਕਰਨੀ ਹੈ। ਇਸ ਦੀ ਕਾਟਵੀਂ ਛੁਰੀ ਹੇਠ ਜ਼ਿੰਦਗੀ ਦੀ ਰੌਂ ਰੁਕ ਜਾਂਦੀ ਹੈ। ਜ਼ਿੰਦਗੀ ਹੈ ਹੀ ਰੌਂ ਰੂਪ, ਇਸ ਦਾ ਰੁਕਣਾ ਹੀ ਇਸ ਦਾ ਖਾਤਮਾ ਹੈ। ਪਰ ਅਸਲ ਵਿੱਚ ਇਹ ਅਮੁੱਕ ਹੈ, ਇਹ ਰੁਕਦੀ ਨਹੀਂ। ਅਕਲ ਦੇ ਭਾਣੇ ਰੁਕਦੀ ਹੈ, ਪਰ ਇਹ ਜਾ ਛੁਪਦੀ ਹੈ ਉਸ ਹਨੇਰੇ ਵਿੱਚ ਜੋ ਅਕਲ ਦੇ ਚਿਰਾਗ ਦੇ ਐਨ ਹੇਠ ਹੈ। ਜ਼ਿੰਦਗੀ ਦਾ ਰੌਂ ਇੱਕ ਤਬਦੀਲੀ ਦਾ ਪ੍ਰਵਾਜ ਹੈ, ਇੱਕ ਹੜ੍ਹ ਦਾ ਵਧਾ ਹੈ, ਇੱਕ ਚਾਲ ਅਗੰਮੀ ਹੈ ਜੋ ਠੱਲੀ ਨਹੀਂ ਜਾ ਸਕਦੀ, ਜੋ ਚੱਲ ਰਹੀ ਹੈ ਕਿਸੇ ਅਪੂਰਨਤਾ ਤੋਂ ਕਿਸੇ ਪੂਰਨਤਾ ਵੱਲ, ਕਿਸੇ ਅਬਣਤ ਤੋਂ ਕਿਸੇ ਬਣਤ ਵੱਲ, ਕਿਸੇ ਕੇਂਦਰ ਤੋਂ ਰਚਨਹਾਰੀ ਫੈਲਾਓ ਵੱਲ।
ਇਸ ਦੀ ਸਮਝ ਬੁੱਧ ਨੂੰ ਨਹੀਂ ਪੈ ਸਕਦੀ। ਇਸ ਦੀ ਬੂਝ ਕਿਸੇ ਰਮਜਾਂ ਸਮਝ ਵੱਲ ਬੇਹੋਸ਼ ਹੋਸ਼ ਨੂੰ ਇਸ਼ਾਰੇ ਮਾਤਰ ਹਾਸਲ ਹੋ ਸਕਦੀ ਹੈ। ਇਸ ਹੋਸ਼ ਦਾ ਨਾਮ ਬਰਗਸਨ ਨੇ ਇੰਟਿਊਸ਼ਨ ਦਿੱਤਾ ਹੈ, ਪਰ ਇਹ ਕੁਝ ਉਹ ਹੋਸ਼ ਹੈ ਜਿਸ ਨੂੰ ਸਾਡੇ ਧਾਰਮਿਕ ਸਿੱਖ ਲਿਟਰੇਚਰ ਵਿੱਚ ਸੁੱਧ ਕਰਕੇ ਕਿਹਾ ਹੈ। ਬਰਗਸਨ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੈ ਕਿ ਜੇ ਇਸ ਦਿਸਦੇ ਦੀ ਅਸਲੀਅਤ ਦੇ ਦਰਸ਼ਨ ਕਰਨੇ ਹਨ ਤਾਂ ਸੁੱਧ ਦੀ ਬੇਹੋਸ਼ ਹੋਸ਼ ਆਪਣੇ ਵਿੱਚ ਪੈਦਾ ਕਰਨੀ ਚਾਹੀਦੀ ਹੈ। ਉਸ ਦਾ ਖਿਆਲ ਹੈ ਕਿ ਫਲਸਫੇ ਦੀ ਸਾਰੀ ਖੋਜ ਬੁੱਧ ਨਾਲ ਨਹੀਂ ਬਲਕਿ ਸੁੱਧ ਨਾਲ ਹੋਣੀ ਚਾਹੀਦੀ ਹੈ। ਇਹ ਸੁੱਧ ਕਿਸ ਤਰ੍ਹਾਂ ਅੰਦਰ ਪੈਦਾ ਹੋਵੇ, ਇਸ ਗੱਲ ਦਾ ਬਰਗਸਨ ਨੂੰ ਪਤਾ ਨਹੀਂ ਲੱਗਾ। ਉਸ ਨੇ ਇਸ਼ਾਰੇ ਮਾਤਰ ਕਿਹਾ ਹੈ ਕਿ ਸੁੱਧ ਭਾਵ ਇੰਟਿਊਸ਼ਨ ਦਾ ਗਿਆਨ ਦੇਸਣਹਾਰ ਦੀ ਵਿੱਦਿਆ ਦੇ ਸਾਧਨ ਤੋਂ ਪ੍ਰਾਪਤ ਹੋ ਸਕਦਾ ਹੈ। ਇਥੋਂ ਸਾਫ਼ ਜ਼ਾਹਰ ਹੈ ਕਿ ਬਰਗਸਨ ਦੀ ਸੁੱਧ ਬੁੱਧ ਦੀ ਹੀ ਇੱਕ ਸਾਥਣ ਚੀਜ਼ ਹੈ, ਪਰ ਜਰਾ ਉਚੇਰੀ। ਬਰਗਸਨ ਨੂੰ ਆਤਮ ਵਿਸ਼ੈਣੀ ਬੁੱਧ ਦਾ ਇੱਕ ਝਲਕਾ ਮਾਤਰ ਪਿਆ ਹੈ, ਪਰ ਉਹ ਉਸ ਨੂੰ ਵਿਸਥਾਰ ਨਾਲ ਬਿਆਨ ਨਹੀਂ ਕਰ ਸਕਿਆ। ਇਸ ਗੱਲ ਵਿੱਚ ਵੀ ਕਮਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਜਿਨ੍ਹਾਂ ਨੇ ਬਰਗਸਨ ਤੋਂ 4-5 ਸਦੀਆਂ ਪਹਿਲੇ ਇਸ ਗੱਲ ਦਾ ਪਤਾ ਦਿੱਤਾ ਹੈ। ਯਥਾ ਸਭੇ ਬੁੱਧੀ ਸੁਧ ਸਭ ਤੀਰਥ ਸਭ ਥਾਨ। ਵਾਰ ਸਾਰੰਗ ਮਹੱਲਾ ਪਹਿਲਾ। ਸਿਰਫ ਪਤਾ ਹੀ ਨਹੀਂ, ਇਸ ਦੀ ਜੁਗਤ ਵੀ ਆਪਨੇ ਦੱਸੀ ਹੈ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਇਸ ਸੁੱਧ ਲਈ ਰਸਤਾ ਮੰਨਣ ਦਾ, ਈਮਾਨ ਦਾ, ਸਿਦਕ ਦਾ ਹੈ। ਕਾਹਦੇ ਮੰਨਣ ਦਾ? ਨਾਮ ਸਿਮਰਨ ਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਫਿਰ ਆਪ ਨੇ ਇਸ ਦਾ ਟਿਕਾਣਾ ਦੱਸਿਆ ਹੈ ਕਿ ਇਹ ਕਿੱਥੋਂ ਦੀ ਚੀਜ਼ ਹੈ। ਯਥਾ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪਦ ਸੁੱਧ ਨੂੰ ਸਿੱਧ ਕਰਕੇ ਵੀ ਲਿਖਿਆ ਹੈ। ਯਥਾ ਕਹਿ ਕਬੀਰ ਬੁੱਧ ਹਰ ਲਏ ਮੇਰੇ, ਬੁੱਧ ਬਦਲੀ ਸਿੱਧ ਪਾਏ। ਗੌੜੇ ਕਬੀਰ। ਜਨਮ ਸਾਖੀ ਵਿੱਚ ਵੀ ਇਸ਼ਾਰਾ ਹੈ। ਮਰਦਾਨੇ ਪੁੱਛਿਆ ਹੈ ਕਿ ਕੀ ਵਾਹਿਗੁਰੂ ਅਕਲ ਨਾਲ ਮਿਲਦਾ ਹੈ? ਤਾਂ ਗੁਰੂ ਜੀ ਨੇ ਫਰਮਾਇਆ, ਮਰਦਾਨਿਆਂ, ਇਹ ਬੁੱਧ ਪਰਦਾ ਹੈ ਤੇ ਇਸ ਬੁੱਧ ਤੋਂ ਅੱਗੇ ਇੱਕ ਹੋਰ ਉਪਜਦੀ ਹੈ, ਉਹ ਮਿਲਾਉਂਦੀ ਹੈ। ਅਗਰ ਅਸਲੀਅਤ ਨੂੰ ਦੇਖਣ ਲਈ ਇਹ ਗੱਲ ਜ਼ਰੂਰੀ ਹੈ। ਗੁਰੂ ਸਾਹਿਬ ਇਸ ਗੱਲ ਦਾ ਫੈਸਲਾ ਬਗੈਰ ਕਿਸੇ ਫਿਲਾਸਫੀ ਦੀ ਮਸਲੇਬਾਜ਼ੀ ਦੇ ਪਹਿਲਾਂ ਕਰ ਗਏ ਹਨ। ਉਹਨਾਂ ਆਖਿਆ ਹੈ, ਅੰਤਰ ਕੀ ਗਤ ਜਾਣੀਐ, ਗੁਰ ਮਿਲਿਆ ਸੰਕ ਉਤਾਰ। ਤੇ ਅੰਤਰ ਦਰਸ਼ੀ ਹੋਣ ਲਈ ਗੁਰੂ ਨੇ ਅਰਥਾਤ ਗੁਰੂ ਨਾਨਕ ਨੇ ਸੌਖਾ ਰਸਤਾ ਐਉਂ ਦੱਸਿਆ ਹੈ। ਐਹਨਿਸ ਅੰਤਰ ਰਹਿ ਲਿਵ ਲਾਏ। ਮਲਾਰ ਮਹੱਲਾ ਪਹਿਲਾ। ਜਿਸ ਵੇਲੇ ਵਾਹਿਗੁਰੂ ਜੀ ਦਾ ਧਿਆਨ ਤੇ ਉਹਨਾਂ ਦਾ ਨਾਮ ਸਿਮਰਨ ਮਨ ਨੂੰ ਦੇਸ਼ ਦੀ ਕੈਦ ਤੋਂ ਉੱਪਰ ਚੁੱਕਦਾ ਹੈ ਤਾਂ ਇਹ ਲਿਵ ਵਿੱਚ ਪਲਟਣ ਲੱਗਦਾ ਹੈ। ਲਿਵ ਇੱਕ ਸੰਗਮ ਹੈ ਜਿਸ ਵਿੱਚ ਨਾਮ ਤੇ ਨਾਮੀ ਮਿਲ ਜਾਂਦੇ ਹਨ। ਇਸ ਤ੍ਰਿਵੇਣੀ ਦਾ ਇਸ਼ਨਾਨ 8 ਪਹਿਰ ਦੀ ਸੁੱਧ ਇੰਟਿਊਸ਼ਨ ਦੀ ਪ੍ਰਾਪਤੀ ਹੈ, ਜਿਸ ਦੇ ਕਿਸੇ ਫਿਲਾਸਫਰ ਨੂੰ ਝਾਕ ਕੇ ਤਾਂ ਪਏ, ਪਰ ਪੂਰੀ ਤਰ੍ਹਾਂ ਨਸੀਬ ਨਹੀਂ ਹੋਈ। ਤੇ ਇਸ ਦੇ ਮਿਲਿਆਂ ਕੀ ਹੁੰਦਾ ਹੈ? ਆਪ ਪਛਾਣ
रहै लिव लागा। जन्म जीत गुरमत दुख भागा। बसंत महला पहला। अर्थात वाहिगुरू विच लिव लगदियां आपा पछाण हो जाता है, जन्म जित्या जाता है ते दुख दूर हो जाते हैं, भाव परम पद पा लईदा है। हुण गुरु नानक देव जी ते साइंस दुनिया विच इस नाम हेठ इंसान दे दृष्टमान दे ज्ञान ने बड़ी तरक्की की है। यह सारी तरक्की दृष्टमान अर्थात दिसणहार पदार्थां दे संबंध विच है। विचारो, यह पदार्थ जो दिसदे हन, इन्हां दा देखण वाला भी कोई इंसान दे अंदर है ना, जिस दी दूरबीन दृष्टि ने हर पदार्थ दी साइंस खोज के कढ़ी है। जे दिसणहार पदार्थां विचों हर एक दी साइंस विज्ञान है, तां देखणहार या दृष्टा दी अपनी साइंस भी लोड़ीए। हुण इस पासे गुरु नानक देव जी दा कमाल ये नहीं कि असीं भी किसी दी रीस करके कहीए कि श्री गुरु ग्रंथ साहिब विच गुरु जी रेल तार मिकनातीस सिखा गए हैं। ऐसा कहीए तां असीं उन्हां दी बजुर्गी नूं दूसरे दर्जे ते लै जांदे हां। उन्हां दा कमाल ये है कि साइंस दे उस वेले या मगरों मालूम होए सिद्धांतां नाल उन्हां दे ख्यालां दा जिथे किधरे सांगे सिर जिक्र आ गया है, विरोध नहीं है। उन्हां नूं दुरुस्त ख्याल हर शै दे प्राप्त सन। मसलन उस वेले सारा हिंदुस्तान जमीन दे हेठ बलद ते कच्छू तो की मनदा सी, पर गुरु नानक देव जी नूं दुरुस्त ख्याल प्राप्त है सी कि जमीन दे हेठां बलद उलद कुछ नहीं, धरती होर परै होर होर, तिस ते भार तलै कवन जोर। जपजी साहिब। उस वेले 7 आकाश ते 7 पताल दी गिणती मालूम सी, पर गुरु नानक नूं लखां पतालां दा दुरुस्त ख्याल मालूम सी। पाताला पाताल लख, आगासा आगास, सतारियां दे तबकां दे धरवे जो दूरी ਦੇ ਹਿਸਾਬ ਨਾਲ ਬੰਨੇ ਹਨ, ਆਕਾਸ਼ ਤੇ ਪਤਾਲ ਹਨ। ਉਦੋਂ ਸੂਰਜ ਚੰਦ ਇੱਕ ਇੱਕ ਮਾਲੂਮ ਸੀ। ਗੁਰੂ ਨਾਨਕ ਦੇਵ ਜੀ ਨੇ ਕੇਤੇ ਇੰਦ ਚੰਦ ਸੂਰ ਕੇਤੇ ਦਾ ਗਿਆਨ ਸੀ। ਨਾਲੇ ਜਾਣਦੇ ਸਨ ਕਿ ਸੂਰਜ ਚੰਦਾ ਦੀਆਂ ਚਾਲਾਂ ਕਰੋੜਾਂ ਮੀਲ ਚੱਲਦੀਆਂ ਹਨ ਤੇ ਬੇਅੰਤ ਹਨ। ਜੈਸੇ ਕੋਹ ਕਰੋੜੀ ਚਲਤ ਨਾ ਅੰਤ, वार आसा महला पहला। गल की ऑब्जैक्टिव साइंस भाव दिसणहार पदार्थां दे विग्यान दे संबंध विच सह सुभाਅ जिस गल का जिक्र आ गया, गुरु नानक दे ख्याल गलत ख्याल रोंग कंसैप्शन प्रगट नहीं करते रहे, पर कमाल उन्हां दी इस दुरुस्त ख्याली दे नाल इस गल विच है कि उन्होंने ने सबजैक्टिव साइंस भाव दृष्टा का ज्ञान सिखलाया है। वो जो साढ़े अंदर जिउंदी बोलदी कुछ ताकत है, जिसने सारिया साइंसां खोजियां, उस दी अपनी साइंस श्री गुरु ग्रंथ साहिब जी विच गुरु नानक देव जी ने सिखाई है, ताकि साइंसां दा लभण वाला इंसान अपनी बाबत अपने आपे दी बाबत भी दुरुस्त ख्याल भाव राइट कंसैप्शनस का मालक बन सके ते इस तरह जीवन सुखी बसर करे ते इस दी जांच भी सिख जाए। दृष्टमान दे पदार्थां दी खोज विच हैरान हो के ही निरा ना बल हार जाए, पर देखण हार दी दुरुस्त साइंस जान के आप उच्चा होवे, मजबूत होवे, अरोग होवे ते अगम विच सहल गमता प्राप्त करे। सो साइंसां दी मां साइंस विच कमाल विखा के गुरु नानक देव जी ने इस मंडल दे सारे वड्डियां विच अपनी वड्याई दिखाई है। ईसा जी ने कहा सी,
ਉਸ ਇਨਸਾਨ ਨੂੰ ਕੀ ਲਾਭ ਹੈ ਕਿ ਸਾਰਾ ਜਹਾਨ ਪ੍ਰਾਪਤ ਕਰ ਲਵੇ ਪਰ ਆਪਣੀ ਰੂਹ ਤਬਾਹ ਕਰ ਸੁੱਟੇ। ਗੁਰੂ ਨਾਨਕ ਦੇਵ ਜੀ ਨੇ ਇਸ ਭੁੱਲ ਤੋਂ ਬਚਾ ਦਿੱਤਾ। ਕਰਤਾ ਅਰਥਾਤ ਜਾਣਨਹਾਰ ਅੰਦਰਲੇ ਦੀ ਸਾਇੰਸ ਸਿਖਾਈ ਤੇ ਉਹ ਅਸੂਲ ਦੱਸੇ ਕਿ ਕਿਕੂ ਅੰਦਰਲੀ ਤਾਕਤ ਤਬਾਹ ਹੋਣੋਂ ਬਚ ਕੇ ਉન્નਤੀ ਕਰੇ। ਇਹ ਸਾਰੀ ਸਾਇੰਸ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇੱਥੇ ਵਿਸਤਾਰ ਦਾ ਸਮਾਂ ਨਹੀਂ, ਪਰ ਪੜਤਾਲ ਦੱਸਦੀ ਹੈ ਕਿ ਅੰਦਰਲੇ ਜਿਉਂਦੇ ਕਿਣਕੇ ਬਾਬਤ ਕਮਾਲ ਦੇ ਮਾਮਲੇ ਗੁਰੂ ਨਾਨਕ ਨੇ ਦੱਸੇ ਤੇ ਸਾਨੂੰ ਸੁਖੀ ਜੀਵਨ ਦੇ ਅਮਲੀ ਰਸਤੇ ਪਾਇਆ ਹੈ। ਸੋ ਸਤਿਗੁਰੂ ਸਾਇੰਸ ਦੀ ਮਾਂ, ਸਾਇੰਸ ਦੇ ਯਕਤਾ ਪ੍ਰਵੀਣ ਹੋਏ ਹਨ, ਭਾਵ ਐਕਸਪਰਟ ਹੋਏ ਹਨ। ਪਰ ਦ੍ਰਿਸ਼ਟਮਾਨੀ ਵਿਗਿਆਨ ਭਾਵ ਓਬਜੈਕਟਿਵ ਸਾਇੰਸ ਦੇ ਲੱਗਦੇ ਹੱਥ ਜੇਕਰ ਕਰਦਿਆਂ ਕਦੇ ਗਲਤ ਖਿਆਲ ਪ੍ਰਗਟ ਨਹੀਂ ਕਰ ਗਏ। ਹਾਲਾਂਕਿ ਤਦੋਂ ਦੇ ਆਮ ਫੈਲੇ ਖਿਆਲ ਗਲਤ ਸਨ ਤੇ ਮਗਰਲੇ ਦਾਨੇ ਅਜੋ ਜੰਮੇ ਨਹੀਂ ਸਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।